सत श्री अकाल। मेरा नाम है रमनदीप सेठी, एडुकेटर ऑफ हिस्टरी एंड इंग्लिश। ਅੱਜ ਆਪਾਂ ਕਰਨ ਜਾ ਰਹੇ ਹਾਂ ਫਰੇਜ਼ਲ ਵਰਬਸ, ਜੋ ਕਿ ਵੋਕੈਬਲਰੀ ਦਾ ਇੱਕ ਮੇਨ ਪਾਰਟ ਨੇ, ਇੰਪੋਰਟੈਂਟ ਪਾਰਟ ਨੇ। ਹਰ ਇੱਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਫਰੇਜ਼ਲ ਵਰਬਸ। ਆਪਾਂ ਕਿਸ ਤਰ੍ਹਾਂ ਕਰਾਂਗੇ? ਬਹੁਤ ਹੀ ਈਜ਼ੀ ਮੈਥਡ ਦੇ ਨਾਲ ਕਰਾਂਗੇ ਤਾਂ ਕਿ ਐਗਜ਼ਾਮ ਦੇ ਵਿੱਚ ਆਪਣੀ ਮੈਮਰੀ ਦੇ ਵਿੱਚ ਇਹ ਕਨਸੈਪਟ ਹੋਵੇ। ਠੀਕ ਹੈ, ਦੇਖਦੇ ਹਾਂ ਆਪਣੀ ਕੀ ਸਟ੍ਰੈਟਜੀ ਰਹੂਗੀ। ਵੀ ਵਿਲ ਲਰਨ ਦਿਸ ਚੈਪਟਰ ਥੋਰੋਲੀ ਵਿਦ ਐਗਜ਼ਾਮਪਲਸ ਇਨ ਡਿਟੇਲ ਦੇ ਵਿੱਚ ਪੜਾਂਗੇ, ਵੱਧ ਤੋਂ ਵੱਧ ਐਗਜ਼ਾਮਪਲ ਲੈ ਕੇ ਕਰਾਂਗੇ ਤਾਂ ਕਿ ਆਪਣੇ ਮਾਈਂਡ ਦੇ ਵਿੱਚ ਬੈਠ ਜਾਵੇ। ਇਨ ਦਿਸ ਸੀਰੀਜ਼ ਵੀ ਵਿਲ ਕੰਪਲੀਟ ਆਲ ਫਰੇਜ਼ਲ ਵਰਬਸ ਵਿਦ ਟਾਈਮ ਇਨ ਐਨ ਐਫੀਸ਼ੀਐਂਟ ਮੈਨਰ ਦੇ ਨਾਲ ਆਪਾਂ ਕਰਾਂਗੇ, ਨਾਲੇ ਸਾਰੀ ਕੰਪਲੀਟ ਕਰਾਂਗੇ। ਇਸ ਤਰ੍ਹਾਂ ਨਹੀਂ ਹੋਊਗਾ ਦੋ ਤਿੰਨ ਕਰ ਲੀਆਂ, ਦੋ ਤਿੰਨ ਵਾਰੀ ਕਰ ਲਿਆ, ਨਹੀਂ। ਕੰਪਲੀਟ ਇੱਕ ਸੀਰੀਜ਼ ਆਊਗੀ, ਤੁਸੀਂ ਦੇਖੋਗੇ ਸਾਰੀ ਫਰੇਜ਼ਲ ਵਰਬਸ ਆਪਣੇ ਮੂੰਹ ਜ਼ਬਾਨੀ ਯਾਦ ਹੋਣਗੀਆਂ, ਕੰਠਸਥ ਹੋ ਜਾਣਗੀਆਂ ਆਪਣੇ। ਠੀਕ ਹੈ, ਕੰਠਸਥ ਕਰਨ ਲਈ ਆਪਾਂ ਨੂੰ ਕੀ ਕਰਨਾ ਪਊਗਾ? ਇਹਨਾਂ ਦੀ ਰਿਵੀਜ਼ਨ ਕਰਨੀ ਪਊਗੀ, ਜਿਹੜੀ ਕਿ ਮੈਂ ਸ਼ਡਿਊਲ ਕੀਤੀ ਹੈ 7th ਡੇ, 15th ਡੇ ਐਂਡ 30th ਡੇ। 13 ਨਹੀਂ, 30th ਹੈ, 30। ਠੀਕ ਹੈ, ਇਸ ਤਰ੍ਹਾਂ ਆਪਾਂ ਰਿਵੀਜ਼ਨ ਕਰਾਂਗੇ, ਆਪਣੇ ਮਾਈਂਡ ਦੇ ਵਿੱਚ ਚੀਜ਼ਾਂ ਬੈਠ ਜਾਣੀਆਂ ਸਾਰੀਆਂ, ਸਾਰੇ ਵਰਡਸ ਮਾਈਂਡ ਦੇ ਵਿੱਚ ਰਿਟੇਨ ਹੋਣਗੇ। ਠੀਕ ਹੈ, ਅੱਗੇ ਆਪਾਂ ਦੇਖੀਏ ਤਾਂ ਵੀਕਲੀ ਟੈਸਟ ਵਿਲ ਬੀ ਕੰਡਕਟਿਡ। ਹਰ ਹਫਤੇ ਟੈਸਟ ਹੋਊਗਾ। ਜਿਹੜਾ ਨੈਕਸਟ ਟੈਸਟ ਫਸਟ ਜਿਹੜਾ ਹੈਗਾ ਉਹ 13 ਜੁਲਾਈ ਨੂੰ ਡੇਟ ਫਿਕਸ ਕਰ ਦਿੱਤੀ ਗਈ ਹੈ। ਦੇਖਦੇ ਹਾਂ ਕਿੰਨਾ ਦੇ ਲਈ ਟਾਰਗੇਟ ਹੈ। ਹਰ ਇੱਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ। ਮੈਂ ਗੱਲ ਕਰਾਂ UPSC ਦੀ, ਪ੍ਰੀਵੀਅਸ ਈਅਰ ਇੰਗਲਿਸ਼ ਦਾ ਜੇ ਪੇਪਰ ਦੇਖੀਏ, ਰਿਟਨ ਪੇਪਰ ਜਿਹੜਾ 300 ਨੰਬਰਾਂ ਦਾ ਹੁੰਦਾ ਹੈ UPSC ਦੇ ਵਿੱਚ, ਉਸ ਦੇ ਵਿੱਚ ਕੁਐਸਚਨ ਪੁੱਛੇ ਗਏ ਨੇ ਫਰੇਜ਼ਲ ਵਰਬ ਤੋਂ। PPSC ਦੇ ਵਿੱਚ ਪੁੱਛਿਆ ਜਾਂਦਾ, SSC, ਰੇਲਵੇ, ਪਟਵਾਰੀ, ਫੂਡ ਇੰਸਪੈਕਟਰ, ਕੋਈ ਹੋਰ ਇੰਸਪੈਕਟਰ ਪੋਸਟ ਹੋਵੇ, ਐਂਟਰੈਂਸ ਐਗਜ਼ਾਮ ਹੋਣ, DU PU, ਲੋ ਐਂਟਰੈਂਸ ਹੋਣ, ਹਾਇਰ ਸਟੱਡੀ ਹੋਵੇ, ਐਨੀ ਸਟੇਟ ਗੌਰਮੈਂਟ ਐਗਜ਼ਾਮ ABC ਗ੍ਰੇਡ ਕੋਈ ਵੀ ਹੋਵੇ, ਸਭ ਦੇ ਵਿੱਚ ਪੁੱਛੇ ਜਾਂਦੇ ਨੇ। ਪੰਜਾਬ ਦਾ ਤਾਂ ਬਹੁਤ ਫੇਵਰੇਟ ਟੌਪਿਕ ਹੈ ਫਰੇਜ਼ਲ ਵਰਬ। ਤੇ ਸਟੂਡੈਂਟ ਕੀ ਕਰਦੇ ਨੇ? ਐਗਜ਼ਾਮ ਤੋਂ ਪਹਿਲਾਂ ਰੱਟੇ ਮਾਰਨ ਲੱਗ ਜਾਂਦੇ ਨੇ, ਉਹ ਮਾਈਂਡ ਦੇ ਵਿੱਚ ਨਹੀਂ ਬੈਠਦੇ। ਹੁਣ ਆਪਾਂ ਕੀ ਕਰਦੇ ਹਾਂ? ਹੁਣ ਆਪਾਂ ਰਿਵਾਈਜ਼ ਕਰਾਂਗੇ। ਪਹਿਲਾਂ ਆਪਾਂ ਕਰਾਂਗੇ, ਫਿਰ ਆਪਾਂ ਕੁਐਸਚਨ ਦੇ ਰਾਹੀਂ ਕਰਾਂਗੇ, ਟਿਕ ਮਾਰਕ ਕਰਾਂਗੇ। ਉਸ ਤੋਂ ਬਾਅਦ ਆਪਣੇ ਮਾਈਂਡ ਦੇ ਵਿੱਚ ਬੈਠ ਜਾਊਗਾ। ਫਿਰ ਆਪਾਂ ਜਿਹੜੀ ਰਿਵੀਜ਼ਨ ਦੀ ਸਟ੍ਰੈਟਜੀ ਰੱਖੀ ਹੈ ਉਸ ਹਿਸਾਬ ਨਾਲ ਆਪਾਂ ਰਿਵੀਜ਼ਨ ਕਰਦੇ ਰਹਾਂਗੇ। ਮੈਂ ਤੁਹਾਨੂੰ ਟੈਕਸਟ ਦਿੰਦਾ ਰਹੂੰਗਾ, ਤੁਸੀਂ ਮੇਰੇ ਨਾਲ ਜੁੜੇ ਰਹੋ ਇਸ ਸੀਰੀਜ਼ ਦੇ ਵਿੱਚ। ਫਿਰ ਆਪਾਂ ਸਾਈਨੋਨਿਮਸ ਕਰਾਂਗੇ। ਠੀਕ ਹੈ, ਜਾਂ ਫਿਰ ਉਹਦੀ ਸੀਰੀਜ਼ ਨਾਲ ਸ਼ੁਰੂ ਕਰ ਦੇਵਾਂਗੇ ਤਾਂ ਕਿ 20-25 ਮਿੰਟ ਦੀ ਕਲਾਸ ਦੇ ਵਿੱਚ ਤੁਹਾਡਾ ਇੱਕ ਦਿਨ ਦਾ ਟੌਪਿਕ ਪੂਰਾ ਹੋ ਜਾਵੇ। ਜੇ ਆਪਾਂ ਇੱਕ ਦਿਨ ਦੇ ਵਿੱਚ ਸਾਰਾ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣੇ ਮਾਈਂਡ ਦੇ ਵਿੱਚ ਨਹੀਂ ਬੈਠੂਗਾ। ਜੇ 10 ਮਿੰਟ ਦੀ ਕਲਾਸ ਹੋਊਗੀ, 15 ਮਿੰਟ ਦੀ ਕਲਾਸ ਹੋਊਗੀ ਤਾਂ ਈਜ਼ੀ ਕਰਨਾ ਆਸਾਨ ਹੈ। ਥੋੜ੍ਹੇ ਥੋੜ੍ਹੇ ਵਰਡਸ ਨੂੰ ਗ੍ਰੈਬ ਕਰਨਾ ਈਜ਼ੀ ਹੈ, ਐਬਜ਼ੋਰਬ ਕਰਨਾ ਈਜ਼ੀ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਹਾਂਜੀ, ਵੈਲਕਮ ਆਲ, ਆ ਜਾਓ। ਅੱਜ ਦੀ ਕਲਾਸ ਦਾ ਆਪਣਾ ਟੌਪਿਕ ਹੈ ਫਰੇਜ਼ਲ ਵਰਬਸ। ਕਿ ਫਰੇਜ਼ਲ ਵਰਬ, ਵਟ ਆਰ ਦਾ ਫਰੇਜ਼ਲ ਵਰਬ? ਫਰੇਜ਼ਲ ਵਰਬ ਕੀ ਹੁੰਦੀਆਂ ਨੇ? ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇੰਗਲਿਸ਼ ਲੈਂਗੁਏਜ ਅਬਾਊਂਡਸ ਇਨ ਦਾ ਯੂਜ਼ ਆਫ ਵਰਬਸ ਵਿਦ ਪ੍ਰੈਪੋਜੀਸ਼ਨ ਔਰ ਐਡਵਰਬਸ ਟੂ ਓਬਟੇਨ ਏ ਵੈਰਾਈਟੀ ਆਫ ਮੀਨਿੰਗਸ। ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਅਬਾਊਂਡਸ ਦਾ ਮਤਲਬ ਹੁੰਦਾ ਹੈ ਬਹੁਤ ਯੂਜ਼ ਕਰਨਾ, ਆਪਦੇ ਅੰਦਰ ਹੀ ਬਹੁਤ ਯੂਜ਼ ਕਰਨਾ। ਇੰਗਲਿਸ਼ ਲੈਂਗੁਏਜ ਦੇ ਵਿੱਚ ਅਬਾਊਂਡ ਹੈ, ਕਾਫੀ ਯੂਜ਼ ਕਰਦੇ ਹਾਂ ਆਪਾਂ ਵਰਬਸ ਦਾ। ਕਿਹਦੇ ਨਾਲ? ਪ੍ਰੈਪੋਜੀਸ਼ਨ ਦੇ ਨਾਲ ਤੇ ਐਡਵਰਬ ਦੇ ਨਾਲ, ਤਾਂ ਕਿ ਆਪਾਂ ਨੂੰ ਹੋਰ ਸਾਰੇ ਮੀਨਿੰਗ ਨਿਕਲ ਸਕਣ। ਹੋਰ ਫਰੇਜ਼ਲ ਵਰਬ ਕੁਛ ਨਹੀਂ ਹੈ। ਫਰੇਜ਼ਲ ਵਰਬ ਪ੍ਰੈਪੋਜੀਸ਼ਨਾਂ ਤੇ ਐਡਵਰਬ ਦਾ ਯੂਜ਼ ਹੈ ਇੱਕ ਵਰਬ ਦੇ ਨਾਲ, ਤਾਂ ਕਿ ਬਹੁਤ ਸਾਰੇ ਮੀਨਿੰਗ ਨਿਕਲ ਸਕਣ। ਠੀਕ ਹੈ, ਉਮੀਦ ਹੈ ਤੁਸੀਂ ਮੇਰੀ ਗੱਲ ਨੂੰ ਸਮਝ ਰਹੇ ਹੋ। ਇੰਗਲਿਸ਼ ਦੇ ਵਿੱਚ ਪ੍ਰੈਪੋਜੀਸ਼ਨ ਤੇ ਐਡਵਰਬ ਨੂੰ ਪਾਰਟੀਕਲਸ ਕਿਹਾ ਜਾਂਦਾ ਹੈ। ਪਾਰਟੀਕਲਸ ਯਾਨੀ ਕਿ ਆਪਾਂ ਵਰਬਸ ਦੇ ਨਾਲ ਪਾਰਟੀਕਲ ਯੂਜ਼ ਕਰਾਂਗੇ। ਪਾਰਟੀਕਲ ਯੂਜ਼ ਕਰਨ ਨਾਲ ਇਹਨਾਂ ਦੇ ਅੱਡ ਮੀਨਿੰਗ ਨਿਕਲ ਜਾਣਗੇ। ਉਹ ਮੀਨਿੰਗਸ ਨੂੰ ਆਪਾਂ ਯਾਦ ਕਰ ਲੈਣਾ ਹੈ। ਉਹ ਇਸ ਤਰ੍ਹਾਂ ਹੀ ਲੈਂਗੁਏਜ ਦਾ ਹੀ ਹਿੱਸਾ ਨੇ। ਉਹ ਪਾਰਟੀਕਲ ਜਿਹੜੇ ਵਰਬਸ ਦੇ ਨਾਲ ਸੈੱਟ ਬੈਠਦੇ ਨੇ ਉਹੀ ਮੀਨਿੰਗ ਕੱਢਦੇ ਨੇ। ਆਪਾਂ ਮੀਨਿੰਗ ਚੇਂਜ ਨਹੀਂ ਕਰ ਸਕਦੇ, ਬਟ ਆਪਾਂ ਕੀ ਕਰ ਸਕਦੇ ਹਾਂ? ਇਹਨਾਂ ਨੂੰ ਯਾਦ ਕਰ ਸਕਦੇ ਹਾਂ ਕਿ ਕੀ ਮੀਨਿੰਗ ਨੇ। ਠੀਕ ਹੈ, ਦੇਖਦੇ ਹਾਂ। The verbs used with preposition, adverbs or both are defined as phrasal verbs. Phrasal verb ਉਹ ਨੇ ਜਿਹੜੀਆਂ ਕਿ ਪ੍ਰੈਪੋਜੀਸ਼ਨਾਂ ਤੇ ਐਡਵਰਬ ਦੇ ਨਾਲ ਵਰਬ ਯੂਜ਼ ਹੋ ਰਹੀਆਂ ਨੇ, ਉਹੀ ਨੇ। ਯਾਨੀ ਕਿ ਵਰਬ ਹੈ, ਵਰਬ ਦੇ ਨਾਲ ਕੀ ਯੂਜ਼ ਹੋ ਰਿਹਾ ਹੈ? ਪ੍ਰੈਪੋਜੀਸ਼ਨ ਤੇ ਐਡਵਰਬ। ਵਰਬ ਕੀ ਹੈ? ਵਰਬ ਜਾਂ ਤਾਂ ਇੱਕ ਵਰਡ ਹੈ ਜਿਹੜਾ ਕਿ ਜਾਂ ਤਾਂ ਲਿੰਕਿੰਗ ਵਰਡ ਹੈ,
ਜਾਂ ਫਿਰ ਐਕਸ਼ਨ ਵਰਡ ਹੈ। ਦੋ ਚੀਜ਼ਾਂ ਨੇ ਵਰਬ ਦੀਆਂ, ਮੈਂ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਦੱਸਿਆ। ਪ੍ਰੈਪੋਜੀਸ਼ਨ ਕੀ ਹੈ? ਪ੍ਰੈਪੋਜੀਸ਼ਨ ਆਪਦੇ ਨਾਮ ਦੇ ਵਿੱਚੋਂ ਹੀ ਨਿਕਲਿਆ ਹੈ। ਪ੍ਰੀਪੋਜੀਸ਼ਨ ਕਿਸ ਦੀ ਪ੍ਰੀਪੋਜੀਸ਼ਨ ਕਰਨੀ ਹੈ? ਵਰਡਸ ਦੀ ਪ੍ਰੀਪੋਜੀਸ਼ਨ ਕਰਨੀ ਹੈ, ਨਾउन्स ਜਾਂ ਪ੍ਰੋਨਾउंस ਤੋਂ ਪਹਿਲਾਂ। ਇੱਕ ਥਾਂ ਤੇ ਨਾउन ਜਾਂ ਪ੍ਰੋਨਾउन ਲਿਖਿਆ ਹੋਇਆ ਹੈ, ਉਸ ਤੋਂ ਪਹਿਲਾਂ ਜਿਹੜਾ ਵਰਡ ਆਊਗਾ ਉਹ ਪ੍ਰੈਪੋਜੀਸ਼ਨ ਹੈ। ਠੀਕ ਹੈ, ਵਰਬ ਐਕਟਿੰਗ ਵਰਬ ਦੇ ਪਿੱਛੇ ਆਪਾਂ ਕੀ ਲਿਖ ਦੇਵਾਂਗੇ? ਪ੍ਰੈਪੋਜੀਸ਼ਨ ਲਾ ਦੇਵਾਂਗੇ ਜਾਂ ਐਡਵਰਬ ਲਾ ਦੇਵਾਂਗੇ। ਐਡਵਰਬ ਕੀ ਹੁੰਦਾ ਹੈ? ਹਾਂਜੀ, ਮੈਂ ਬੇਸਿਕ ਤੋਂ ਦੱਸੂਗਾ, ਸਾਰੀਆਂ ਗੱਲਾਂ ਬੇਸਿਕ ਤੋਂ ਚੱਕੂਗਾ ਕਿਉਂਕਿ ਬਹੁਤ ਜ਼ਰੂਰੀ ਨੇ। ਐਡਵਰਬ ਉਹ ਹੁੰਦੀਆਂ ਨੇ ਜਿਹੜੀਆਂ ਕਿ ਆਪਦੇ ਆਪ ਨੂੰ ਕੁਆਲੀਫਾਈ ਕਰਨ, ਜਾਂ ਤਾਂ ਆਪਦੇ ਆਪ ਨੂੰ ਕਰਨ ਜਾਂ ਐਡਜੈਕਟਿਵ ਨੂੰ ਕੁਆਲੀਫਾਈ ਕਰਨ, ਉਹ ਐਡਵਰਬਸ ਨੇ। ਜਾਂ ਵਰਬ ਨੂੰ ਕੁਆਲੀਫਾਈ ਕਰਨ। ਕੁਆਲੀਫਾਈ ਦਾ ਕੀ ਮਤਲਬ ਹੈ ਕਿ ਕੋਈ ਵਰਬ ਦਿੱਤੀ ਹੋਈ ਹੈ, ਉਸ ਦੀ ਵਿਸ਼ੇਸ਼ਤਾ ਦੱਸ ਦਵੇ, ਉਸ ਦੀ ਸਪੈਸ਼ਲਾਈਜੇਸ਼ਨ ਦੱਸ ਦੇ, ਉਸ ਨੂੰ ਹੋਰ ਰਿਫਾਈਨਡ ਕਰ ਦਵੇ, ਹੋਰ ਇੱਕ ਡਿਫਾਈਨਡ ਵੇ ਨਾਲ, ਹੋਰ ਇੱਕ ਵਧੀਆ ਤਰੀਕੇ ਦੇ ਨਾਲ ਅੱਗੇ ਦੱਸੇ। ਠੀਕ ਹੈ, ਇਹ ਤਾਂ ਮੈਂ ਤੁਹਾਨੂੰ ਡਿਸਕਸ ਕਰ ਚੁੱਕਿਆ ਕਲਾਸ ਦੇ ਅੰਦਰ। ਪ੍ਰੈਪੋਜੀਸ਼ਨ ਕੀ ਹੈ, ਐਡਵਰਬ ਕੀ ਹੈ। ਅੱਜ ਦੀ ਕਲਾਸ ਤਾਂ ਆਪਣੀ ਫਰੇਜ਼ਲ ਵਰਬ ਦੀ ਹੈ, ਆਪਾਂ ਐਸੇ ਜ਼ਿਆਦਾ ਟਾਈਮ ਨਹੀਂ ਡਿਵੋਟ ਕਰਾਂਗੇ ਆਪਦਾ। ਠੀਕ ਹੈ, ਸਮਝ ਗਏ ਫਰੇਜ਼ਲ ਵਰਬ ਕੀ ਹੈ? ਵਰਬ ਦੇ ਨਾਲ ਜਦੋਂ ਪ੍ਰੈਪੋਜੀਸ਼ਨ ਤੇ ਐਡਵਰਬ ਦਾ ਯੂਜ਼ ਹੋ ਜਾਊਗਾ, ਆਪਾਂ ਉਸ ਨੂੰ ਫਰੇਜ਼ਲ ਵਰਬਸ ਕਹਾਂਗੇ। ਹੋਰ ਕੁਝ ਨਹੀਂ ਹੈ। ਜਦੋਂ ਇਹ ਦੋ ਜਾਂ ਤਿੰਨ ਵਰਡ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਈਡੀਓਮੈਟਿਕਲੀ ਆਪਾਂ ਨੂੰ ਕੀ ਦਿੰਦੇ ਨੇ? ਮੀਨਿੰਗ ਦਿੰਦੇ ਨੇ। ਈਡੀਓਮੈਟਿਕ ਦਾ ਮਤਲਬ ਕੀ ਹੈ? ਆਪਾਂ ਨੂੰ ਕਹਾਵਤਾਂ ਬਣ ਜਾਂਦੀਆਂ ਨੇ, ਕਹਾਵਤਾਂ ਦੇ ਜ਼ਰੀਏ ਇੱਕ ਮੀਨਿੰਗ ਨਿਕਲਦਾ ਹੈ। ਇਹਨਾਂ ਦੇ ਇੱਕ ਫਿਕਸ ਮੀਨਿੰਗ ਹੈ, ਜਿਵੇਂ ਕਹਾਵਤਾਂ ਦਾ ਮੀਨਿੰਗ ਨਿਕਲਦਾ, ਮੁਹਾਵਰੇ ਕਹਿੰਦੇ ਆ ਜਿਹਨੂੰ ਆਪਾਂ। ਸਾਹਿਤ ਦੇ ਵਿੱਚ ਆਪਾਂ ਦੇਖਦੇ ਹਾਂ, ਸਾਹਿਤ ਨਹੀਂ ਗ੍ਰਾਮਰ ਦੇ ਵਿੱਚ ਆਪਾਂ ਦੇਖਦੇ ਹਾਂ। ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਕਲਾਸ। ਕਲਾਸ ਕੰਟੀਨਿਊ ਰਹੂਗੀ, ਅਗਲੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਪੁੱਛੂੰਗਾ ਸਾਰੇ ਵਰਡਸ। ਸ਼ੁਰੂ ਕਰਦੇ ਹਾਂ। ਅਕਾਊਂਟ ਫੋਰ, ਜਿੱਥੇ ਵੀ ਅਕਾਊਂਟ ਫੋਰ ਲਿਖਿਆ ਹੋਵੇ ਉਹਦਾ ਮਤਲਬ ਕੀ ਹੈ, ਕੀ ਮੀਨਿੰਗ ਨਿਕਲਦਾ ਹੈ? ਆਂਸਵਰੇਬਲ ਫੋਰ, ਜਵਾਬਦੇਹੀ ਹੋਣਾ। ਆਪਾਂ ਦੇਖਦੇ ਹਾਂ ਟੀਚਰਸ ਦੇ ਲਈ ਜਵਾਬਦੇਹੀ ਕੌਣ ਨੇ? ਸਟੂਡੈਂਟਸ ਦੇ ਲਈ ਸੌਰੀ ਮੈਂ ਗਲਤ ਬੋਲ ਗਿਆ। ਸਟੂਡੈਂਟਸ ਦੇ ਲਈ ਜਵਾਬਦੇਹੀ ਕੌਣ ਨੇ? ਉਹਨਾਂ ਦੇ ਟੀਚਰਸ ਨੇ। ਜੇ ਕਿਸੇ ਟੀਚਰ, ਜੇ ਸਟੂਡੈਂਟ ਨੂੰ ਕੁਝ ਨਹੀਂ ਆਉਂਦਾ ਤਾਂ ਝੱਟ ਜਣੇ ਸਾਰੇ ਪੁੱਛ ਲੈਂਦੇ ਨੇ ਤੈਨੂੰ ਕਿਸ ਨੇ ਪੜ੍ਹਾਇਆ ਹੈ? ਕੌਣ ਤੇਰਾ ਟੀਚਰ ਕੌਣ ਹੈ? ਕੌਣ ਆਂਸਵਰੇਬਲ ਹੈ? ਕੌਣ ਜਵਾਬਦੇਹੀ ਹੈ? ਟੀਚਰ ਜਵਾਬਦੇਹੀ ਹੈ ਇੱਕ ਸਟੂਡੈਂਟ ਦੇ ਲਈ। ਅਕਾਊਂਟ ਫੋਰ, ਇਸ ਟਾਈਮ ਤੇ ਤੁਸੀਂ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਜੇ ਤੁਹਾਡਾ ਸਿਲੈਕਸ਼ਨ ਨਹੀਂ ਹੁੰਦਾ ਤਾਂ ਕੌਣ ਜਵਾਬਦੇਹੀ ਹੈ? ਅਕਾਊਂਟ ਫੋਰ ਤੁਸੀਂ ਆਪ ਹੀ ਹੋ ਇਸ ਟਾਈਮ, ਜੇ ਪੜੋਗੇ ਤਾਂ ਸਿਲੈਕਸ਼ਨ ਹੋ ਜਾਊਗਾ। ਠੀਕ ਹੈ, ਤੇ ਯਾਦ ਰੱਖੋ ਅਕਾਊਂਟ ਫੋਰ ਮਤਲਬ ਆਂਸਵਰੇਬਲ ਫੋਰ। I can't account for his abnormal behavior at this stage। ਇਸ ਸਟੇਜ ਤੇ ਉਸ ਦੇ ਐਬਨੋਰਮਲ ਬਿਹੇਵੀਅਰ ਦੇ ਕਾਰਨ ਮੈਂ ਕੋਈ ਜਵਾਬਦੇਹੀ ਨਹੀਂ ਹੋ ਸਕਦਾ। ਠੀਕ ਹੈ, ਇਹ ਮੈਂ ਕੁਝ ਐਗਜ਼ਾਮਪਲ ਲਿਖੇ ਨੇ, ਤੁਸੀਂ ਕੀ ਕਰਨਾ ਹੈ, ਇਸ ਦੇ ਦੋ ਦੋ ਤਿੰਨ ਤਿੰਨ ਐਗਜ਼ਾਮਪਲ ਹੋਰ ਲਿਖਣੇ ਨੇ ਤੇ ਇਸ ਨੂੰ ਬੋਲਣਾ ਹੈ। ਪ੍ਰਨੰਸੀਏਸ਼ਨ ਇਹਦੀ ਕਰਨੀ ਹੈ। ਪ੍ਰਨਾਊਂਸੀਏਸ਼ਨ ਨਹੀਂ ਹੁੰਦਾ, ਪ੍ਰਨੰਸੀਏਸ਼ਨ ਹੁੰਦਾ ਹੈ। ਠੀਕ ਹੈ, ਅੱਗੇ ਦੇਖਦੇ ਹਾਂ। ਇੱਕ ਵਰਡ ਮੈਂ ਲਿਖਿਆ ਹੈ ਚਾਂਸ ਅਪੋਨ, ਕਮ ਐਕਰੋਸ ਤੇ ਕਮ ਅਪੋਨ। ਤਿੰਨਾਂ ਦਾ ਇੱਕੋ ਹੀ ਮੀਨਿੰਗ ਹੈ ਤੇ ਹਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਕਮ ਐਕਰੋਸ ਤਾਂ ਬਹੁਤ ਸਾਰੇ ਪੀਪਲ ਨੂੰ ਯਾਦ ਹੋਊਗਾ, ਸਟੂਡੈਂਟ ਨੂੰ ਯਾਦ ਰਹਿੰਦਾ ਹੈ, ਪਰ ਚਾਂਸ ਅਪੋਨ ਤੇ ਕਮ ਅਪੋਨ ਯਾਦ ਨਹੀਂ ਹੁੰਦਾ, ਭੁੱਲ ਜਾਂਦੇ ਨੇ। ਠੀਕ ਹੈ, ਇਹਨਾਂ ਦਾ ਮੀਨਿੰਗ ਵੀ ਸੇਮ ਹੈ, ਟੂ ਮੀਟ ਬਾਈ ਚਾਂਸ, ਬਾਈ ਚਾਂਸ ਮਿਲ ਜਾਣਾ। ਠੀਕ ਹੈ, ਚਾਹੇ ਤੁਸੀਂ ਇੱਕ ਸੈਂਟੈਂਸ ਦੇ ਵਿੱਚ ਹੀ ਵਾਰ-ਵਾਰ ਇਹਨਾਂ ਨੂੰ ਚੇਂਜ ਕਰਕੇ ਲਿਖ ਸਕਦੇ ਹੋ। ਸਲਾਈਡ ਚੇਂਜ ਹੋ ਗਈ। ਹਾਂਜੀ, ਇੱਕ ਸੈਂਟੈਂਸ ਦੇ ਵਿੱਚ ਤਿੰਨੋਂ ਵਰਡ ਯੂਜ਼ ਕਰ ਸਕਦੇ ਹੋ, ਤਿੰਨੋਂ ਫਰੇਜ਼ਲ ਵਰਬ ਯੂਜ਼ ਕਰ ਸਕਦੇ ਹੋ। ਜਿਵੇਂ ਮੈਂ ਤਾਂ ਅੱਡ ਤੁਹਾਨੂੰ ਬਣਾ ਕੇ ਦਿਖਾਏ ਨੇ ਤਾਂ ਕਿ ਤੁਹਾਡੇ ਕੋਲ ਥੋੜੀ ਜਿਹੀ ਆਪਣੇ ਵਰਡ ਆਪਾਂ ਤੁਹਾਨੂੰ ਮਿਲ ਜਾਣ। ਠੀਕ ਹੈ, ਤੁਸੀਂ ਕਰ ਸਕਦੇ ਹੋ, ਆਪੇ ਹੀ ਵਰਡ ਬਣਾ ਸਕਦੇ ਹੋ। ਜਿਵੇਂ ਮੈਂ ਕਹਿ ਰਿਹਾ I chance upon one of my friends when I was going to market, ਕਿ ਜਦੋਂ ਮੈਂ ਮਾਰਕੀਟ ਜਾ ਰਿਹਾ ਸੀ ਤਾਂ ਮੈਂ ਬਾਈ ਚਾਂਸ ਆਪਣੇ ਇੱਕ ਫਰੈਂਡ ਨੂੰ ਮਿਲਿਆ। ਚਾਂਸ ਅਪੋਨ, ਤੁਸੀਂ ਮੇਰੇ ਨਾਲ ਨਾਲ ਬੋਲੋ ਚਾਂਸ ਅਪੋਨ। ਚਾਂਸ ਅਪੋਨ ਦਾ ਕੀ ਮਤਲਬ ਹੈ? ਮੀਟ ਬਾਈ ਚਾਂਸ। ਠੀਕ ਹੈ, ਕਮ ਐਕਰੋਸ, ਮੀਟ ਬਾਈ ਚਾਂਸ। I came across my childhood friend yesterday। yesterday ਜਿੱਥੇ ਵੀ ਲੱਗ ਜਾਊਗਾ ਉੱਥੇ ਸੈਕਿੰਡ ਫਾਰਮ ਆਊਗੀ। ਠੀਕ ਹੈ, ਸਮਝ ਰਹੇ ਹੋ ਮੇਰੀ ਗੱਲ ਨੂੰ?
थर्ड आप देखते हैं कम अपॉन, आई केम अपॉन दिस ड्रेस वाइल आई वाज लुकिंग फॉर माई पर्स, जो मैं आपका पर्स देख रहा सी तो मैनू ये बाई चांस ये ड्रेस मिल गई। कुछ औखा नहीं है, चांस अपॉन, कम एक्रॉस, कम अपॉन, कॉपी पेन चक लो लिखते रहो नाल नाल। अकाउंट फॉर जवाबदेही होना, चांस अपॉन, कम अक्रॉस, कम अपॉन, तिना का मीनिंग इको ही है, टू मीट बाय चांस। ठीक है, अगली करते हैं आप गल कोल की। अज आप कोल के थोड़े जे देखते हैं, थोड़े वर्ड आप करते हैं कोल के। कोल ऑन की होंगे, कोल ऑन का मतलब होंगे टू विजिट ए परसन। हिंदी दे विच आपां कहीए तां भेंट करना किसी नूं, भेंट करना मतलब गिफ्ट देना नहीं, भेंट करना मतलब की होंदा है किसी परसन नूं मिलना। ये हमेशा प्रेजिडेंट दे लई बहुत यूज होंदा है, प्रेजिडेंट, पीएम, ठीक है, इन्हां लई यूज होंदा है कि प्रेजिडेंट उन्होंने मिल के आए, उन्हां नाल मुलाकात की। अब मुलाकात भी बोल सकते हैं, किसी परसन दे नाल मुलाकात करनी, कॉल ऑन। पेपर दे विच हर दिन पेपर दे विच देखण नूं मिलदा है, न्यूज़पेपर चको कॉल ऑन, द प्रेजिडेंट विल कॉल ऑन हिज काउंटर पार्ट इन नेपाल। काउंटर पार्ट का मतलब की है, नेपाल दे विच जिहड़े प्रेजिडेंट ने उन्हां नूं मिलणगे। ठीक है, कॉल एट, टू विजिट ए प्लेस, किसी जगह ते मिलना। दोवें वर्ड प्रेजिडेंट दे लई ते पीएम दे लई हमेशा ही पेपर दे विच तुहानूं देखण नूं मिलणगे। ठीक है, लास्ट नाइट आई कॉल्ड एट योर हाउस बट यू वर नॉट एट होम। ठीक है, की मतलब है कि लास्ट टाइम मैं तुहाडे प्लेस ते विजिट कीता सी पर तुसीं मैनूं नहीं मिले। कॉल ऑन होंदा है किसी व्यक्ति नूं, किसी परसन नूं मुलाकात करनी किसी परसन दे नाल। ठीक है, कॉल एट की होंदा है, तुसीं इस तरह याद कर लो, जो व्यक्ति नाल परसन नाल आपां मुलाकात करांगे तो उसके प्लेस से जाके ही मुलाकात करांगे तो कॉल एट आपां याद कर लवांगे। समझ जाओ किवें भी याद करो, लेकिन आपां याद करना है। मैं तुहानूं दसता कॉल ऑन, कॉल एट। कॉल फॉर, कॉल फॉर की होंदा है डिमांड करना, कोई आंसर दी, इनफॉर्मेशन दी ते एक्सप्लेनेशन दी। डिमांड करना, कॉल फॉर का मतलब की है डिमांड करना, टू डिमांड, मांग करना। ठीक है, अपने बच्चे अपने तो डिमांड कर लेंदे ने, हाँ जी, कि पहला मैनू ये दसो कि ये किस तरह होया। ठीक है, सेंटेंस बना लो इंग्लिश दे विच, मैं तुहानूं लिख के देता। दिस इररिस्पोंसिबल बिहेवियर कॉल्स फॉर स्ट्रिक्ट एक्शन, कि ये इररिस्पोंसिबल बिहेवियर मंग करता है एक स्ट्रिक्ट एक्शन दी। कॉल फॉर मंग करना, टू डिमांड। हाँ जी, एक वर्ड होर याद कर लो, पेपर दे विच हमेशा पूछा जाता है, एक्सप्लेनेशन की स्पैलिंग आती है। एक्सप्लेन, AIN नहीं लिखना, एक्सप्लेनेशन। एक्सप्लेन दे विच आपां AIN लिखते हैं, एक्सप्लेनेशन दे विच A तो बाद I नहीं आता। याद रखना, पेपर दे विच पूछे जाने वाले क्वेश्चन ने। अगे देखते हैं आपां कॉल फोर्थ। कॉल फोर्थ की होंदा है, टू प्रोड्यूस ए रिएक्शन। फोर्थ जो भी अगे आ जाता मतलब की है, फोर्थ का मतलब अगे रखना होंदा है, फोर्थ का मतलब अगे लैके आना, अगे लैके आना। ठीक है, कॉल फोर्थ टू प्रोड्यूस ए रिएक्शन, जो कोई भी काम होंदा एक रिएक्शन प्रोड्यूस होंदी है। न्यूटन का थर्ड लॉ, देयर इज एन इक्वल एंड अपोजिट रिएक्शन, है ना, टू एवरी एक्शन, टू एवरी एक्शन देयर इज एन इक्वल एंड अपोजिट रिएक्शन। ठीक है, ताकि है कॉल फोर्थ टू प्रोड्यूस ए रिएक्शन, रिएक्शन प्रोड्यूस करना। पार्लीमेंट दे विच कोई बिल आंदा है तां की हुंदियां ने, स्ट्रोंग रिएक्शन मिलदियां ने, तां आपां इस नूं बोल सकते हां द न्यू अमेंडमेंट बिल कॉल्ड फोर्थ स्ट्रोंग रिएक्शंस। ठीक है, कॉल फोर्थ। कॉल अप की हुंदा है, रीकॉल करना, याद करना। मैं तुहानूं कहूँगा कल की क्लास आपां रिकॉल करते हैं, याद करते हैं या कॉल अप करते हैं। ठीक है, द विक्टिम ट्राइड टू कॉल अप द एक्चुअल सीक्वेंस ऑफ इंसीडेंट्स। ठीक है, कॉल अप तो ईजी का वर्ड है, जो आप किसी को फोन मिलाने हाँ तो आप उस टाइम भी कॉल अप का यूज करते हैं। जो आप किसी को फोन कटना होंदा है तो उत्थे आंदा हैंग अप, कि फोन कट दो, है ना, यानी कि डिसकनैक्ट करना कुछ भी। ठीक है, तो वह हैंग अप हो जाता है, इसका अपोजिट हो जाता है। कॉल अप की होंदा है, फोन मिलान भी कॉल अप कहा जाता है। ठीक है, द विक्टिम ट्राई टू
कॉल अप द एक्चुअल सीक्वेंस ऑफ इंसीडेंट रिकॉल करना, ठीक है, दस चुका मैं तुहानू। कॉल ऑन या कॉल अपॉन किते भी लिखिया आ जाए तो उसका मतलब हो जाता है किसी को इनवाइट करना कोई काम करने के लिए। मैं तुहानू इनवाइट करना, तुसी मेरी क्लास आके देखो। आई कॉल अपॉन यू टू कम इन माई क्लास, ठीक है। आई कॉल अपॉन यू टू फिल दिस फॉर्म, कोई औखा नहीं, थोड़े ਜਿਹੇ वर्ड ने आप ज़्यादा नहीं करांगे। ਜਦੋਂ भी कॉल ऑफ आप पढ़ते हाँ, ऑफ जिथे भी आ जाता है, ऑफ का मतलब OFF का मतलब होंगे सैपरेशन, ऑफ सैपरेट करता है। कॉल ऑफ का मतलब हो जाता है टू कैंसल, कैंसल करना, ठीक है। दिस मीटिंग विद PM हैज बीन कॉल्ड ऑफ, ठीक है, मीटिंग कैंसल हो चुकी है। ऑफ का मतलब ही सैपरेशन है, ठीक है। कॉल इन का की मतलब होंदा है, कॉल इन ते सेंड फॉर सेंटेंस दे विच दे के एरर पूछा जाता है, सेंड फॉर मोस्टली वर्ड दिता जाता है। तो आपां नूं लगता है कि सेंड फॉर का मतलब सेंड फॉर की जगह सेंड आऊगा कि ये वर्ड है, फॉर गलती नाल लाता किते नहीं, ये फ्रेजल वर्ब है। सेंड फॉर का मतलब होंदा टू समन, कॉल इन का मतलब टू समन होंदा है, टू समन का मतलब बुलावा भेजना। शी इज टू इल टू कॉल इन ए डॉक्टर, वो इन्नी बीमार है कि डॉक्टर नूं भी बुला नहीं सकती, ठीक है। अगे देखते हैं आप, कॉल इन आप कर लिया, सेंड फॉर कर लिया, ठीक है। एस देखिए जी, आप इस वर्ड की आप ये वर्ड किस तरह सेंटेंस की फॉर्मेशन आप देखिए तो सेंटेंस में लिखा है टू इल। टू इल का वर्ड जो होंगे, टू इल तो बाद जो टू आ जाता है तो इनका मतलब एक नैगेटिव परसपैक्टिव के मन्निया जाता है कि इन्नी बीमार सी कि डॉक्टर नूं भी नहीं बुला सकती सी, ठीक है। ये वर्ड्स सेंटेंस की इस तरह फॉर्मेशन है ताकि एक नैगेटिव परसपैक्टिव के यानी कि एक ना लैके यूज हो जाता है, पर आपां सेंटेंस अफर्मेटिव लगता है, ठीक है। चलो अज के वर्ड इन्ने ही ने, आप रिवीजन करते हैं। अकाउंट फॉर, आंसर वेरिएबल फॉर, जवाबदेह होना। चांस अपॉन, कम एक्रॉस, कम अपॉन, टू मीट बाई चांस, ठीक है। कॉल ऑन, किसी परसन को मिलना, भेंट करना, ठीक है। विजिट ए परसन, मुलाकात करना। कॉल एट, कॉल एट आप उस परसन उस प्लेस से जाके मिलेंगे। कॉल फॉर, मंग करना, डिमांड करना। कॉल फोर्थ, कोई रिएक्शन प्रोड्यूस करनी। कॉल अप, टू रिकॉल करना। कॉल ऑन या कॉल अपॉन का मतलब है किसी को इनवाइट करना टू डू समथिंग। आप किसी को स्टेज से भी कॉल ऑन कर सकते हैं, ठीक है। कॉल ऑफ सैपरेशन है, कैंसल हो रहा है, टू कैंसल। कॉल इन या सेंड फॉर टू समन, ठीक है। होप तुहानू सब समझ आ गया होगा। हुण आपां क्वेश्चन करते हैं MCQs। कॉल अप का की मीनिंग है दसो, तुसीं आपे मार्क कर लोगे, ठीक है। कॉल फॉर देखते हैं, तुसीं मार्क करना है तो कमेंट के इन्हां दे आंसर लिखने ने। कॉल फोर्थ अगे लैके आना कोई चीज़, मैं तुहानू एक्सप्लेन किया है ना, सी टू प्रोड्यूस रिएक्शन कर लियो, मतलब मैं तुहानू दस देना, थोड़ा थोड़ा हिंट दे देना। कॉल इन, ठीक है, तुसीं लिखो मैनू दसो, ठीक है। कॉल एट, कॉल्ड ऑफ, कॉल ऑन। इनकी एक्सप्लेनेशन तुसीं मतलब कि इहदे वर्ड भी लिख के दस सकते हो, इन्हां दे आंसर भी दे सकते हो, सेंटेंस बना के भी लिख सकते हो कमेंट दे विच, ठीक है। अगली क्लास दे विच आपां इन्हां दी ही रिवीजन करांगे ते आपां की करांगे, आपां अगले वर्ड भी देखांगे नाल नाल। रिवीजन अपना प्रॉपर बेस से चलता रहूगा, ठीक है। एक गल तुहानू मैं होर दस देवां, जरूरी नहीं कि ये वर्ड आपदी फॉर्म दे विच ही यूज होण, ये फर्स्ट सैकेंड थर्ड फॉर्म दे विच भी यूज हो सकते हैं, या फिर ING फॉर्म ला के भी यूज हो सकते हैं, ठीक है। वर्ब चेंज हो सकती है, तुसीं इस तरह ही ना मनियो कि कॉल एट लिखा होगा, जे पास्ट दे विच होगा तो कोल्ड एट भी हो सकता है, ठीक है। अगली क्लास दे विच मैं तुहानू होर समझाना, थोड़ा थोड़ा होर दसूंगा। आप मिलते हैं हुण अगली क्लास दे विच। थैंक यू।